वाल्मीकि महाराज के चरण कमल धर्मास श्रेष्ठ गुरु तुम जगत के तीन लोग के नाथ वाल्मीकि
महाराज की जय। जो बोले सो निरभय भगवान वाल्मीकि महाराज की जय। गुरु प्यारी साध संगत जी, ਅੱਜ ਸਾਡੇ ਸਾਰਿਆਂ ਲਈ ਬੜਾ ਹੀ ਖੁਸ਼ੀਆਂ ਭਰਿਆ ਦਿਨ ਹੈ। ਅੱਜ ਇਸ ਸਾਲ ਇੱਕ ਵਾਰੀ ਫਿਰ ਤੋਂ ਦੀ ਸਾਡੇ ਗੁਰੂ ਘਰ ਭਗਵਾਨ ਵਾਲਮੀਕ ਜੀ ਦੇ ਮੰਦਿਰ ਉੱਪਰ ਉਹਨਾਂ ਦੇ ਨਿਸ਼ਾਨ ਦਾ ਝੰਡਾ ਲਹਿਰਾਇਆ ਜਾਵੇਗਾ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਭਗਵਾਨ ਵਾਲਮੀਕ ਜੀ ਦੀ ਪਵਿੱਤਰ ਬਾਣੀ श्री योग शिष महारामायण पढ़िए और सरवण करिए। कांशी टीवी के माध्यम राही ये बाणी 200 मुल्कों तक पहुँचाई जाएगी। सो आज सब तो पहलों आपां उस प्रभु परमेश्वर को नमस्कार करिए। सचित आनंद रूप आत्मा नू जिस विच सब जीव पासते हैं ते लीन हुंदे हन ते स्थित हुंदे हन, ते जिस तो ज्ञाता ज्ञान ते गेयम, दृष्टा दर्शन ते दृश्य, करता कारण ते क्रिया सिद्ध हुंदे हन, ते जिस आनंद दे कारण करके संपूर्ण विश्व आनंदवान है, ते जिस आनंद दा करके जीव जिउंदे हन, उस आनंद रूप आत्मा नू नमस्कार है। गुरु प्यारे साध संगत जी, भगवान वाल्मीकि जी अपनी बाणी दे विच सानू बड़े अच्छे उपदेश दिंदे हन ਤਾਂ ਕਿ ਅਸੀਂ ਇਸ ਸੰਸਾਰ ਦੇ ਜਨਮ ਲੈ ਕੇ ਆਪਣਾ ਜਨਮ ਕਿਸ ਤਰ੍ਹਾਂ ਸਫਲ ਕਰ ਸਕਦੇ ਹਾਂ। ਆਪਣੀ ਬਾਣੀ ਵਿੱਚ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ, ਉਪਦੇਸ਼ ਕਰਦੇ ਹਨ। ਸ੍ਰੇਸ਼ਟ ਬੁੱਧੀ ਤੇ ਸੱਚਾ ਸ਼ਾਸਤਰ ਉਹੀ ਹੈ ਜਿਸ ਵਿੱਚ ਸੰਸਾਰ ਤੋਂ ਵਿਰਾਗ ਤੇ ਆਤਮ ਤਤ ਦਾ ਚਿੰਤਨ ਉਪਜੇ। ਜਦ ਜੀਵ ਆਤਮ ਪਦ ਨੂੰ ਪਾਉਂਦਾ ਹੈ ਤਾਂ ਉਸ ਦਾ ਸਾਰਾ ਕਲੇਸ਼ ਮਿਟ ਜਾਂਦਾ ਹੈ, ਤੇ ਜਿਸ ਦੀ ਆਤਮ ਚਿੰਤਨ ਵਿੱਚ ਰੁਚੀ ਨਹੀਂ ਉਹ ਮਹਾ ਬਦਨਸੀਬ ਹਨ। ਅਜਿਹੇ ਪੁਰਸ਼ ਲੰਮੇ ਚਿਰ ਤੱਕ ਕਸ਼ਟ ਭੁਗਤਣਗੇ ਤੇ ਜਨਮ ਰੂਪੀ ਜੰਗਮ ਦੇ ਰੁੱਖ ਹੋਣਗੇ। ਭਗਵਾਨ ਵਾਲਮੀਕ ਜੀ ਕੀ ਸਾਨੂੰ ਸਮਝਾਉਂਦੇ ਹਨ ਕਿ ਸ੍ਰੇਸ਼ਟ ਗਿਆਨ ਤੇ ਸੱਚਾ ਸ਼ਾਸਤਰ, ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਦੀ ਇਹ ਬਾਣੀ ਹੈ, ਜਿਸ ਤੋਂ ਸਾਨੂੰ ਸਾਡੇ ਵਿੱਚ ਵਿਰਾਗ ਪੈਦਾ ਹੁੰਦਾ ਹੈ, ਤੇ ਵਿਰਾਗ ਪੈਦਾ ਹੋਣ ਦੇ ਨਾਲ ਅਸੀਂ ਸੰਤ ਮਹਾਤਮਾ ਦੀ ਸੰਗਤ ਕਰਦੇ ਹਾਂ, ਸਤਸੰਗ ਦੇ ਵਿੱਚ ਆਉਂਦੇ ਹਾਂ, ਤੇ ਫਿਰ ਸਾਨੂੰ ਯੁਕਤੀ ਮਿਲਦੀ ਹੈ ਕਿ ਅਸੀਂ ਕਿਸ ਤਰ੍ਹਾਂ ਉਸ ਪਰਮਾਤਮਾ ਦਾ ਸਿਮਰਨ ਕਰਨਾ ਹੈ, ਉਹਦਾ ਚਿੰਤਨ ਕਰਨਾ ਹੈ। ਔਰ ਜਦ ਅਸੀਂ ਆਪਣੇ ਆਤਮਾ ਦੀ ਪਹਿਚਾਣ ਕਰ ਲੈਂਦੇ ਹਾਂ, ਹੌਲੀ ਹੌਲੀ ਉਹ ਪਰਮਾਤਮਾ ਦੇ ਪਦ ਨੂੰ ਪਾਉਣਾ ਸ਼ੁਰੂ ਕਰ ਦਿੰਦੇ ਹਾਂ, ਤੇ ਫਿਰ ਸਾਡੇ ਸਾਰੇ ਕਲੇਸ਼ ਜਿਹੜੇ ਹਨ ਉਹ ਮਿਟ ਜਾਂਦੇ ਹਨ। ਪਰ ਉਹ ਜੀਵ ਜਿਨ੍ਹਾਂ ਦੀ ਆਤਮ ਚਿੰਤਨ ਦੇ ਵਿੱਚ, ਪਰਮਾਤਮਾ ਦੇ ਨਾਮ ਦੇ ਵਿੱਚ ਕੋਈ ਰੁਚੀ ਨਹੀਂ ਹੈ, ਉਧਰਲੇ ਪਾਸੇ ਉਹਨਾਂ ਦਾ ਧਿਆਨ ਨਹੀਂ ਹੈ, ਉਹ ਬੜੇ ਬਦਨਸੀਬ ਜੀਵ ਹਨ। ਔਰ ਇਹੋ ਜਿਹੇ ਜਿਹੜੇ ਜੀਵ ਹਨ ਉਹ ਲੰਮੇ ਚਿਰ ਤੱਕ ਇਸ ਸੰਸਾਰ ਦੇ ਵਿੱਚ ਕਸ਼ਟ ਪਾਉਣਗੇ, ਤੇ ਜਨਮ ਰੂਪੀ ਬਾਰ-ਬਾਰ ਉਹਨਾਂ ਦਾ ਇਸ ਸੰਸਾਰ ਦੇ ਜਨਮ ਹੋਵੇਗਾ, ਤੇ ਬਾਰ-ਬਾਰ ਉਹਨਾਂ ਦਾ ਇੱਥੋਂ ਜਾਣਾ ਹੋਵੇਗਾ, ਭਾਵ ਕਿ ਉਹਨਾਂ ਦੀ ਮੌਤ ਹੋਵੇਗੀ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ, ਜੀਵ ਰੂਪੀ ਬਲਦ ਅਨੇਕ ਆਸ ਰੂਪੀ ਫਾਹਿਆਂ ਨਾਲ ਬੱਝਾ ਹੈ, ਬੁਢੇਪਾ ਰੂਪੀ ਪੱਥਰਾਂ ਦੇ ਰਾਹ ਕਰਕੇ ਕਮਜ਼ੋਰ ਹੁੰਦਾ ਹੈ, ਭੋਗ ਰੂਪੀ ਟੋਏ ਵਿੱਚ ਡਿੱਗਾ ਹੈ, ਤੇ ਕਰਮ ਰੂਪੀ ਭਾਰ ਨੂੰ ਚੁੱਕ ਕੇ ਜਨਮ ਰੂਪੀ ਜੰਗਮ ਵਿੱਚ ਪਟਕ ਕੇ ਕਰਮ ਚੱਕਰ ਵਿੱਚ ਫਸਿਆ ਹੋਇਆ ਮੋਹ ਈਰਖਾ ਰੂਪੀ ਮੱਛਰਾਂ ਕਰਕੇ ਦੁਖੀ ਹੁੰਦਾ ਹੈ। ਭਗਵਾਨ ਵਾਲਮੀਕ ਜੀ ਉਦਾਹਰਣ ਦਿੰਦੇ ਹਨ ਕਿ ਜਿਸ ਤਰ੍ਹਾਂ ਇੱਕ ਬਲਦ ਹੁੰਦਾ ਹੈ, ਉਹ ਫਾਹੇ ਦੇ ਨਾਲ ਬੱਝਾ ਹੋਇਆ ਹੁੰਦਾ ਹੈ, ਬਿਲਕੁਲ ਇਸੇ ਹੀ ਤਰ੍ਹਾਂ ਬਹੁਤ ਜੀਵ ਹਨ ਜਿਹੜੇ ਸੰਸਾਰ ਦੇ ਵਿੱਚ ਆਸ ਰੂਪੀ, ਜਿਨ੍ਹਾਂ ਦੇ ਵਿੱਚ ਹਮੇਸ਼ਾ ਇੱਛਾ ਰਹਿੰਦੀ ਹੈ, ਆਸ ਰਹਿੰਦੀ ਹੈ, ਉਹ ਵੀ ਆਸ ਰੂਪੀ ਫਾਹੇ ਦੇ ਵਿੱਚ ਬੱਝੇ ਹੋਏ ਹਨ। ਤੇ ਬੁਢੇਪਾ ਰੂਪੀ ਜਿਹੜਾ ਪੱਥਰ ਹਨ, ਉਹਨਾਂ ਦੇ ਰਾਹ ਕਰਕੇ ਜਦੋਂ ਉਹਨਾਂ 'ਤੇ ਬੁਢੇਪਾ ਆ ਜਾਂਦਾ ਹੈ,
ਤੇ ਉਹ ਬੜੇ ਕਮਜ਼ੋਰ ਹੋ ਜਾਂਦੇ ਹਨ। ਪਰ ਬੁਢੇਪਾ ਆਉਣ 'ਤੇ ਵੀ ਉਹਨਾਂ ਦੀ ਸੰਸਾਰੀ ਜੋ ਆਸ ਹੈ ਦੂਰ ਨਹੀਂ ਹੁੰਦੀ। ਉਹ ਭੋਗ ਰੂਪੀ ਹਾਲੇ ਵੀ ਚਾਹੁੰਦੇ ਹਨ ਕਿ ਅਸੀਂ ਸੰਸਾਰ ਦੇ ਭੋਗ ਕਿਸੇ ਨਾ ਕਿਸੇ ਤਰ੍ਹਾਂ ਪ੍ਰਾਪਤ ਕਰ ਲਈਏ, ਅਤੇ ਭੋਗ ਰੂਪੀ ਟੋਏ ਦੇ ਵਿੱਚ ਉਹ ਡਿੱਗੇ ਹੋਏ ਹਨ ਅਤੇ ਕਰਮ ਰੂਪੀ ਭਾਰ ਨੂੰ ਚੁੱਕ ਕੇ ਬਾਰ-ਬਾਰ ਉਹਨਾਂ ਦਾ ਸੰਸਾਰ ਦੇ ਜਨਮ ਹੁੰਦਾ ਹੈ। ਸੰਸਾਰ ਦੇ ਵਿੱਚ ਭਟਕਦੇ ਫਿਰਦੇ ਹਨ ਅਤੇ ਕਰਮ ਚੱਕਰ ਵਿੱਚ ਫਸੇ ਹੋਏ ਮੋਹ ਈਰਖਾ ਰੂਪੀ ਮੱਛਰਾਂ ਕਰਕੇ ਉਹ ਦੁਖੀ ਹੁੰਦੇ ਹਨ। ਉਹ ਪਿਆਰ ਰੂਪੀ ਰੱਥ ਨੂੰ ਫੜ ਕੇ ਖਿੱਚਦਾ ਹੈ ਤੇ ਪੁੱਤਰ ਆਦਿਕ ਦੀ ਮਮਤਾ ਰੂਪੀ ਚੱਕਰ ਵਿੱਚ ਗੋਤੇ ਖਾਂਦਾ ਹੈ ਤੇ ਮੋਹ ਸੰਸਾਰ ਰੂਪੀ ਰਾਹ ਵਿੱਚ ਕਰਮ ਰੂਪੀ ਰੱਥ ਨਾਲ ਲੱਗਦਾ ਹੈ ਤੇ ਉੱਪਰੋਂ ਗਿਆਨੀ ਰੂਪੀ ਤਪਸ਼ ਕਰਕੇ ਸੜਦਾ ਹੈ ਤੇ ਸੰਤ ਜਨ ਤੇ ਸੱਚੇ ਸ਼ਾਸਤਰ ਰੂਪੀ ਰੁੱਖ ਦੀ ਛਾਂ ਨਹੀਂ ਪਾਉਂਦਾ। ਇਹੋ ਜਿਹੇ ਜਿਹੜੇ ਜੀਵ ਹਨ ਉਹ ਸੰਸਾਰ ਦੇ ਵਿੱਚ ਮੋਹ ਮਮਤਾ ਦੇ ਵਿੱਚ ਪਏ ਹੋਏ ਦੁਖੀ ਹੁੰਦੇ ਹਨ। ਅਗਿਆਨਤਾ ਦਾ ਕਰਕੇ ਉਹਨਾਂ ਦੀ ਤਪਸ਼ ਕਦੀ ਦੂਰ ਨਹੀਂ ਹੁੰਦੀ, ਕਦੀ ਵੀ ਉਹ ਪ੍ਰਮਾਤਮਾ ਦੇ ਲਾਗੇ ਨਹੀਂ ਜਾ ਸਕਦੇ। ਇਹੋ ਜਿਹੇ ਜਿਹੜੇ ਜੀਵ ਹਨ ਉਹ ਕਦੀ ਵੀ ਸੰਤਾਂ ਦੀ ਸੰਗਤ ਦੇ ਵਿੱਚ ਨਹੀਂ ਆ ਸਕਦੇ ਤੇ ਨਾ ਹੀ ਸੱਚੀ ਬਾਣੀ ਨੂੰ ਉਹ ਪੜ੍ਹ ਸੁਣ ਕੇ ਸੱਚੀ ਬਾਣੀ ਦਾ ਲਾਭ ਉਠਾ ਸਕਦੇ ਹਨ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ, ਜੀਵ ਰੂਪੀ ਅਜਿਹਾ ਬਲਦ ਹੈ, ਉਸ ਨੂੰ ਕੱਢਣ ਦਾ ਯਤਨ ਕਰੋ। ਜਦ ਤੱਤ ਦੀ ਪੜਤਾਲ ਕਰੋਗੇ ਤਾਂ ਚਿੱਤ ਭਰਮ ਨਸ਼ਟ ਹੋ ਜਾਵੇਗਾ ਕਿ ਇਹ ਜੀਵ ਰੂਪੀ ਅਜਿਹਾ ਇਹ ਜਾਨਵਰ ਹੈ, ਉਸ ਨੂੰ ਅਸੀਂ ਆਪਣੇ ਵਿੱਚੋਂ ਕੱਢਣਾ ਹੈ ਤੇ ਤੱਤ ਦੀ ਪੜਤਾਲ ਕਰਨੀ ਹੈ। ਤੱਤ ਕੀ ਕਿ ਉਹ ਪਰਮਾਤਮਾ ਦੀ ਅਸੀਂ ਪੜਤਾਲ ਕਰਨੀ, ਆਪਣੀ ਆਤਮਾ ਦੀ ਪੜਤਾਲ ਕਰਨੀ ਹੈ, ਕਿਉਂਕਿ ਅਸੀਂ ਆਪਣੀ ਆਤਮਾ ਦੇ ਨਾਲ ਹੀ ਜੁੜ ਕੇ ਇਹ ਜਿਹੜੇ ਮਨ ਨੇ ਸਾਨੂੰ ਭਰਮ ਭੁਲੇਖਿਆਂ, ਸਾਡੇ ਚਿੱਤ ਨੇ ਜਿਹੜੇ ਭਰਮ ਭੁਲੇਖਿਆਂ ਵਿੱਚ ਪਾਇਆ ਹੋਇਆ ਹੈ, ਉਹ ਫਿਰ ਹੀ ਸਾਡੇ ਭਰਮ ਜਿਹੜੇ ਹਨ ਉਹ ਦੂਰ ਹੋ ਸਕਦੇ ਹਨ। ਸੰਸਾਰ ਰੂਪੀ ਸਮੁੰਦਰ ਨੂੰ ਤਰਨ ਦਾ ਉਪਾਅ ਸੁਣੋ। ਹੁਣ ਭਗਵਾਨ ਵਾਲਮੀਕ ਜੀ ਦੇਖੋ ਜੋ ਸਾਨੂੰ ਉਪਦੇਸ਼ ਕਰਦੇ ਹਨ ਉਸ ਦੇ ਨਾਲ ਯੁਕਤੀ ਵੀ ਦੱਸਦੇ ਹਨ ਕਿ ਅਸੀਂ ਉਹ ਯੁਕਤੀ ਨੂੰ ਅਪਣਾ ਕੇ ਕਿਸ ਤਰ੍ਹਾਂ ਆਪਣੇ ਦੁੱਖ ਦੂਰ ਕਰਨੇ ਹਨ। ਇਹ ਸੰਸਾਰ ਸਮੁੰਦਰ ਨੂੰ ਤਰਨਾ ਹੈ। ਮਹਾਂਪੁਰਖ ਤੇ ਸੰਤ ਜਨ ਮਲਾਹ ਹਨ, ਉਹਨਾਂ ਦਾ ਯੁਕਤੀ ਰੂਪੀ ਜਹਾਜ਼ ਹੈ, ਉਸ ਤੋਂ ਸੰਸਾਰ ਰੂਪੀ ਸਮੁੰਦਰ ਤਰ ਜਾਵੇਗਾ। ਹੋਰ ਉਪਾਅ ਕੋਈ ਨਹੀਂ, ਇਹੀ ਪਰਮ ਉਪਾਅ ਹੈ ਕਿ ਮਹਾਂਪੁਰਖ ਤੇ ਸੰਤ ਜਨ ਇਹ ਸਾਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਾ ਸਕਦੇ ਹਨ, ਕਿਉਂਕਿ ਉਹਨਾਂ ਤੋਂ ਸਾਨੂੰ ਯੁਕਤੀ ਮਿਲਦੀ ਹੈ। ਉਹ ਯੁਕਤੀ ਨੂੰ ਪ੍ਰਾਪਤ ਕਰਕੇ ਅਸੀਂ ਇਹ ਸੰਸਾਰ ਸਮੁੰਦਰ ਨੂੰ ਉਤਰ ਸਕਦੇ ਹਾਂ। ਹੋਰ ਕੋਈ ਉਪਾਅ ਨਹੀਂ ਹੈ। ਸੰਤ ਮਹਾਤਮਾ ਦੀ ਸੰਗਤ ਤੇ ਸਤਸੰਗ ਇਹੀ ਉਪਾਅ ਹੈ। ਜਿਸ ਦੇਸ਼ ਵਿੱਚ ਸੰਤ ਜਨ ਰੂਪੀ ਰੁੱਖ ਨਹੀਂ ਹੈ ਤੇ ਜਿਨ੍ਹਾਂ ਦੀ ਫਲਾਂ ਸਮੇਤ ਸ਼ੀਤਲ ਛਾਂ ਨਹੀਂ ਹੈ, ਉਸ ਸੁਨਸਾਨ ਮਾਰੂਥਲ ਵਿੱਚ ਇੱਕ ਦਿਨ ਵੀ ਨਾ ਰਹੋ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਜਿੱਥੇ ਸੰਤ ਜਨ ਨਹੀਂ ਹਨ ਤੇ ਉਹੋ ਜਿਹੀ ਜਗ੍ਹਾ 'ਤੇ ਤੁਹਾਨੂੰ ਨਹੀਂ ਵਿਚਰਨਾ ਚਾਹੀਦਾ, ਕਿਉਂਕਿ ਉਹ ਜਗ੍ਹਾ ਜਿੱਥੇ ਸੰਤ ਜਨ ਨਹੀਂ ਹੈ ਉਹ ਬਿਲਕੁਲ ਰੇਗਿਸਤਾਨ ਦੀ ਤਰ੍ਹਾਂ ਹੈ। ਜਿਸ ਤਰ੍ਹਾਂ ਰੇਗਿਸਤਾਨ ਦੇ ਵਿੱਚ ਕੋਈ ਰੁੱਖ ਨਹੀਂ ਹੁੰਦਾ, ਬਿਲਕੁਲ ਇਸੇ ਹੀ ਤਰ੍ਹਾਂ ਉਹ ਜਗ੍ਹਾ ਜਿੱਥੇ ਸੰਤ ਜਨ ਰੂਪੀ ਜੀਵ ਨਹੀਂ ਹਨ ਉਹ ਵੀ ਰੇਗਿਸਤਾਨ ਦੀ ਤਰ੍ਹਾਂ ਹੈ। ਸਾਨੂੰ ਉੱਥੇ ਕੋਈ ਫਾਇਦਾ ਨਹੀਂ ਹੋ ਸਕਦਾ। ਸੰਤ ਜਨ ਰੂਪੀ ਰੁੱਖ ਹਨ ਜਿਨ੍ਹਾਂ ਦੇ ਪਿਆਰੇ ਤੇ ਸ਼ੀਤਲ ਬਚਨ ਰੂਪੀ ਪੱਤੇ ਹਨ। ਪ੍ਰਸੰਨ ਹੋਣਾ ਸੋਹਣਾ ਫੁੱਲ ਹੈ ਤੇ ਨਿਸ਼ਚਾ ਉਪਦੇਸ਼ ਰੂਪੀ ਫਲ ਹੈ। ਸੋ ਭਗਵਾਨ ਵਾਲਮੀਕ ਜੀ ਸੰਤ ਜਨਾਂ ਨੂੰ ਇੱਕ ਰੁੱਖ ਦੇ ਨਾਲ ਜੋੜਦੇ ਹਨ ਕਿ ਜਿਸ ਤਰ੍ਹਾਂ ਰੁੱਖਾਂ ਦੇ ਉੱਤੇ ਪਿਆਰੇ ਤੇ ਸ਼ੀਤਲ ਪੱਤੇ ਹੁੰਦੇ ਹਨ, ਉਸੇ ਹੀ ਤਰ੍ਹਾਂ ਜਿਹੜੇ ਸੰਤ ਜਨ ਹੁੰਦੇ ਹਨ ਉਹਨਾਂ ਦੇ ਜਿਹੜੇ ਬਚਨ ਹੁੰਦੇ ਹਨ ਉਹ ਬੜੇ ਪਿਆਰੇ ਤੇ ਸ਼ੀਤਲ ਹੁੰਦੇ ਹਨ। ਤੇ ਉਹਨਾਂ ਤੋਂ ਜੋ ਸਾਨੂੰ ਉਪਦੇਸ਼ ਮਿਲਦਾ ਹੈ, ਯੁਕਤੀ ਮਿਲਦੀ ਹੈ,
ਉਸ ਦੇ ਨਾਲ ਸਾਨੂੰ ਪ੍ਰਸੰਨਤਾ ਦੀ ਪ੍ਰਾਪਤੀ ਹੁੰਦੀ ਹੈ ਤੇ ਸਾਡਾ ਜਿਹੜਾ ਯਕੀਨ ਹੈ, ਸਾਡਾ ਜਿਹੜਾ ਨਿਸ਼ਚਾ ਹੈ ਉਹ ਪਰਮਾਤਮਾ ਵੱਲ ਜਾਂਦਾ ਹੈ। ਅਸੀਂ ਪਰਮਾਤਮਾ ਦੇ ਨਾਲ ਜੁੜਦੇ ਹਾਂ। ਜਦ ਇਹ ਪੁਰਸ਼ ਉਹਨਾਂ ਦੇ ਨੇੜੇ ਜਾਵੇ ਤਦ ਮਹਾ ਮੋਹ ਰੂਪੀ ਤਪਸ਼ ਤੋਂ ਛੁੱਟੇਗਾ ਤੇ ਸ਼ਾਂਤੀ ਪਾ ਕੇ ਤ੍ਰਿਪਤ ਹੋਵੇਗਾ। ਜੋ ਵੀ ਜੀਵ ਸੰਤ ਮਹਾਤਮਾ ਦੇ ਨੇੜੇ ਜਾਂਦੇ ਹਨ, ਉਹ ਜਿਹੜਾ ਸਾਡਾ ਸੰਸਾਰ ਦੇ ਨਾਲ ਮੋਹ ਹੈ ਇਹ ਤੋਂ ਬਚ ਜਾਣਗੇ। ਸੰਸਾਰ ਤੋਂ ਬੇਮੁਖ ਹੋ ਕੇ ਪਰਮਾਤਮਾ ਦੇ ਨਾਲ ਜੁੜਨਗੇ ਤੇ ਉਹਨਾਂ ਦੀ ਜਿਹੜੀ ਉਹਨਾਂ ਦੇ ਵਿੱਚ ਤਪਸ਼ ਹੈ ਉਹ ਦੂਰ ਹੋ ਜਾਵੇਗੀ ਤੇ ਉਹਨਾਂ ਨੂੰ ਸ਼ਾਂਤੀ ਦੀ ਪ੍ਰਾਪਤੀ ਹੋਵੇਗੀ। ਸ਼ਾਂਤੀ ਪਾ ਕੇ ਉਹਨਾਂ ਨੂੰ ਤ੍ਰਿਪਤੀ ਮਿਲੇਗੀ। ਤਾਂ ਤਿੰਨਾਂ ਨੂੰ ਪਾ ਕੇ ਰੱਜੇਗਾ ਤੇ ਸਾਰੇ ਦੁੱਖਾਂ ਤੋਂ ਮੁਕਤ ਹੋਵੇਗਾ। ਸੋ ਦੁੱਖਾਂ ਤੋਂ ਮੁਕਤੀ ਪਾਉਣੀ ਸੰਤ ਮਹਾਤਮਾ ਦੀ ਸੰਗਤ ਸਾਡੇ ਲਈ ਬਹੁਤ ਜ਼ਰੂਰੀ ਹੈ। ਆਪਣਾ ਆਪ ਹੀ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਜੀਵ ਆਪਣਾ ਆਪ ਹੀ ਮਿੱਤਰ ਹੈ ਤੇ ਆਪਣਾ ਆਪ ਹੀ ਵੈਰੀ ਹੈ। ਆਪਣੇ ਆਪ ਨੂੰ ਜਨਮ ਰੂਪੀ ਚੱਕਰ ਵਿੱਚ ਨਾ ਸੁੱਟੋ ਕਿ ਜੀਵ ਆਪਣੇ ਆਪ ਹੀ ਆਪਣੇ ਮਿੱਤਰ ਹਨ ਤੇ ਆਪਣੇ ਵੈਰੀ ਵੀ ਆਪ ਹੀ ਬਣ ਜਾਂਦੇ ਹਨ। ਇਸ ਕਰਕੇ ਆਪਣੇ ਆਪ ਨੂੰ ਜਨਮ ਰੂਪੀ ਚੱਕਰ ਵਿੱਚ ਨਹੀਂ ਸਾਨੂੰ ਸੁੱਟਣਾ ਚਾਹੀਦਾ। ਜੋ ਦੇਹ ਵਿੱਚ ਅਹਮ ਭਾਵਨਾ ਨਾਲ ਵਿਸ਼ੇ ਵਿਕਾਰਾਂ ਦੀ ਤ੍ਰਿਸ਼ਨਾ ਕਰਦਾ ਹੈ ਉਹ ਆਪਣਾ ਹੀ ਖਤਮ ਕਰਦਾ ਹੈ। ਕਿ ਉਹ ਜੀਵ ਜਿਹੜੀ ਆਪਣੀ ਦੇਹ ਦੇ ਨਾਲ ਜੁੜਦੇ ਹਨ, ਜਿਨ੍ਹਾਂ ਦੇ ਵਿੱਚ ਹੰਕਾਰੀ ਭਾਵਨਾ ਹੈ, ਜਿਹੜੇ ਸੰਸਾਰੀ ਵਿਸ਼ੇ ਵਿਕਾਰਾਂ ਦੀ ਤ੍ਰਿਸ਼ਨਾ ਵਿੱਚ ਸੰਸਾਰ ਦੇ ਵਿੱਚ ਭੱਜੇ ਦੌੜੇ ਫਿਰਦੇ ਹਨ, ਉਹ ਆਪਣੇ ਆਪ ਨੂੰ ਖਤਮ ਕਰਦੇ ਹਨ। ਜੋ ਦੇਹ ਭਾਵ ਨੂੰ ਤਿਆਗ ਕੇ ਆਤਮ ਅਭਿਆਸ ਕਰਦਾ ਹੈ ਉਹ ਆਪਣਾ ਆਪ ਉਧਾਰ ਕਰਦਾ ਹੈ ਤੇ ਉਹ ਆਪਣਾ ਆਪ ਹੀ ਮਿੱਤਰ ਹੈ। ਤੇ ਜੋ ਆਪ ਨੂੰ ਸੰਸਾਰ ਸਮੁੰਦਰ ਵਿੱਚ ਪਾਉਂਦਾ ਹੈ ਇਹ ਆਪਣਾ ਆਪ ਹੀ ਵੈਰੀ ਹੈ। ਸੋ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਕਿ ਉਹ ਜੀਵ ਜਿਹੜੇ ਆਪਣੀ ਇਹ ਸਰੀਰਕ ਭਾਵ ਨੂੰ ਤਿਆਗ ਕੇ ਉਹ ਸਰੀਰ ਦੇ ਅੰਦਰ ਜੋ ਆਤਮਾ ਹੈ ਉਸ 'ਤੇ ਅਭਿਆਸ ਕਰਦੇ ਹਨ ਕਿ ਕਿਸ ਤਰ੍ਹਾਂ ਅਸੀਂ ਆਪਣੀ ਆਤਮਾ ਦੀ ਪਹਿਚਾਣ ਕਰ ਲਈਏ ਤਾਂ ਕਿ ਸਾਨੂੰ ਪਰਮਾਤਮਾ ਨੂੰ ਪਾਉਣ ਦਾ ਰਸਤਾ ਮਿਲ ਜਾਵੇ। ਉਹ ਆਪਣਾ ਉਧਾਰ ਖੁਦ ਆਪ ਹੀ ਕਰਦੇ ਹਨ। ਉਹ ਆਪਣੇ ਆਪ ਹੀ ਮਿੱਤਰ ਹਨ। ਤੇ ਜੋ ਸੰਸਾਰ ਸਮੁੰਦਰ ਵਿੱਚ ਜੀਵ ਪੈ ਜਾਂਦੇ ਹਨ, ਜਿਹੜੇ ਕਦੀ ਇਹ ਕੋਸ਼ਿਸ਼ ਨਹੀਂ ਕਰਦੇ ਕਿ ਅਸੀਂ ਸਤਸੰਗ ਦੇ ਵਿੱਚ ਜਾਈਏ, ਸੰਤ ਮਹਾਤਮਾ ਦੀ ਸੰਗਤ ਕਰੀਏ, ਉਹਨਾਂ ਤੋਂ ਯੁਕਤੀ ਪਾ ਕੇ ਆਪਣਾ ਉਧਾਰ ਕਰੀਏ, ਉਹ ਜੀਵ ਆਪਣੇ ਆਪ ਹੀ ਆਪਣੇ ਵੈਰੀ ਬਣ ਜਾਂਦੇ ਹਨ ਤੇ ਉਹ ਸੰਸਾਰ ਸਮੁੰਦਰ ਨੂੰ ਕਦੀ ਵੀ ਪਾਰ ਨਹੀਂ ਕਰ ਸਕਦੇ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਪਹਿਲਾਂ ਇਹ ਵਿਚਾਰ ਕੇ ਵੇਖੀਏ ਕਿ ਜਗਤ ਕੀ ਹੈ, ਕਿਵੇਂ ਪੈਦਾ ਹੋਇਆ ਹੈ ਤੇ ਕਿਵੇਂ ਨਿਵਰਤ ਹੋਵੇਗਾ। ਮੈਂ ਕੌਣ ਹਾਂ, ਸੱਚ ਕੀ ਹੈ ਤੇ ਝੂਠ ਕੀ ਹੈ। ਇਸ ਤਰ੍ਹਾਂ ਵਿਚਾਰ ਕੇ ਜੋ ਸੱਚ ਹੈ ਉਸ ਨੂੰ ਕਬੂਲ ਕਰੇ ਤੇ ਜੋ ਝੂਠ ਹੈ ਉਸ ਦਾ ਤਿਆਗ ਕਰੇ। ਸੋ ਦੇਖੋ ਕਿੰਨੀ ਸੋਹਣੀ ਯੁਕਤੀ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਕਿ ਜੇ ਅਸੀਂ ਇਹ ਸੰਸਾਰ ਸਮੁੰਦਰ ਨੂੰ ਤਰਨਾ ਹੈ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ। ਪਹਿਲਾਂ ਸਾਨੂੰ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਇਹ ਜੋ ਸੰਸਾਰ, ਇਹ ਜਗਤ ਸਾਡੇ ਸਾਹਮਣੇ ਹੈ, ਇਹ ਕੀ ਹੈ, ਇਹ ਕਿਵੇਂ ਪੈਦਾ ਹੋਇਆ ਹੈ ਔਰ ਇਹ ਜਗਤ ਦੀ ਇਹ ਕਿਸ ਤਰ੍ਹਾਂ ਇਹ ਨਿਵਰਤ ਹੋਵੇਗਾ, ਸਾਡੇ ਤੋਂ ਦੂਰ ਹੋਵੇਗਾ। ਫਿਰ ਇਹ ਸੋਚਣਾ ਚਾਹੀਦਾ ਹੈ ਕਿ ਮੈਂ ਕੌਣ ਹੈ, ਸੱਚ ਕੀ ਹੈ ਤੇ ਝੂਠ ਕੀ ਹੈ। ਇਸ ਤਰ੍ਹਾਂ ਵਿਚਾਰ ਕੇ ਜੋ ਸੱਚ ਹੈ ਉਸ ਨੂੰ ਕਬੂਲ ਕਰੇ ਤੇ ਜੋ ਝੂਠ ਹੈ ਉਸ ਦਾ ਤਿਆਗ ਕਰੇ। ਸੋ ਇਸ ਤਰ੍ਹਾਂ ਜਦੋਂ ਅਸੀਂ ਵਿਚਾਰ ਕਰਾਂਗੇ ਤੇ ਫਿਰ ਅਸੀਂ ਜੋ ਸੱਚ ਹੈ ਉਸ ਦੇ ਬਾਰੇ ਸਾਨੂੰ ਪਤਾ ਚੱਲੇਗਾ ਔਰ ਉਹ ਸੱਚ ਨੂੰ ਅਸੀਂ ਕਬੂਲ ਕਰਨਾ ਹੈ ਤੇ ਜੋ ਝੂਠ ਹੈ ਉਸ ਦਾ ਤਿਆਗ ਕਰਨਾ ਹੈ। ਸੋ ਭਗਵਾਨ ਵਾਲਮੀਕ ਜੀ ਕੀ ਸਾਨੂੰ ਸਮਝਾਉਂਦੇ ਹਨ ਕਿ ਇਹ ਜੋ ਸੰਸਾਰ ਹੈ ਮਿਥਿਆ ਭਰਮ ਹੈ, ਇਹ ਝੂਠ ਹੈ, ਇਸ ਦਾ ਅਸੀਂ ਤਿਆਗ ਕਰਨਾ ਹੈ ਤੇ ਉਹ ਪਰਮਾਤਮਾ ਦੀ ਅੰਸ਼, ਸਾਡਾ ਜਿਹੜਾ ਸਰੂਪ ਆਤਮਾ ਹੈ ਉਹ ਸੱਚ ਹੈ। ਪਰਮਾਤਮਾ ਦੀ ਤਰ੍ਹਾਂ ਅਸੀਂ ਉਸ ਦੇ ਨਾਲ ਜੁੜਨਾ ਹੈ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਨਾ ਧਨ ਕਲਿਆਣ ਕਰਦਾ ਹੈ, ਨਾ ਮਿੱਤਰ ਸੰਬੰਧੀ ਤੇ ਨਾ ਸ਼ਾਸਤਰ ਕਲਿਆਣ ਕਰਦੇ ਹਨ। ਆਪਣਾ ਉਧਾਰ ਆਪ ਤੋਂ ਹੁੰਦਾ ਹੈ ਕਿ ਤੁਹਾਡੇ ਕੋਲ ਜਿੰਨਾ ਮਰਜ਼ੀ ਧਨ ਹੋਵੇ,
कि जे तुसी कहो कि धन साडा कल्याण कर देगा, नहीं हो सकता। ना कोई तुहाडा मित्र या कोई रिश्तेदार, ना ये बाणी तुहाडा कल्याण कर सकती है। कल्याण तुसी अपना कल्याण तुसी अपने आप करना है। अपना उधार तुसी अपनी मेहनत, अपने पुरुषार्थ, अपने अभ्यास के नाल करना है। जे कोई इस तरह सोचो कि किसी ना किसी तरह होर तरीके नाल तुहाडा उधार हो जाएगा, कदी नहीं हो सकता। इसलिए तुसी अपने मन नाल दोस्ती करो। जद वो दृढ़ विराग ते अभ्यास करे तो संसार कष्ट तो छुटो। सो इसलिए सानू अपने मन दे नाल दोस्ती करनी चाहिए है, उहदे नाल जुड़ना चाहिए है, ते ओ मन दे विच दृढ़ विराग असी पैदा करना है, ताकि वो मन की शक्ति नूं असी खत्म करके उस मन नूं अपनी आत्मा दे नाल जोड़िए। फिर विराग ते अभ्यास करिए तो ये संसार तो असी ये जिन्ने भी कष्ट हैं साडे तो दूर हो जाएंगे। जब विराग अभ्यास नाल तत्त दी पड़ताल नाल अहंता रूपी बेड़ी कटे, तद संसार समुंदर तो तर जाता है। कि जदों साडे च विराग पैदा हुंदा है, फिर असी अभ्यास करते हाँ, परमात्मा के नाम के नाल जुड़ते हाँ, तो फिर साडे अंदरों ये जो अहंता रूपी बेड़ी है, ये जो हंकार रूपी बेड़ी है, वो कट जाती है। तो फिर असी संसार समुंदर तो तर जाने हाँ। जो बोले सो निरभै, भगवान वाल्मीकि महाराज की जय। गुरु प्यारी साध संगत जी, भगवान वाल्मीकि जी की बाणी का प्रसंग सी जो सारिਆਂ ने सरवण किया है। भगवान वाल्मीकि जी ने सानू बड़ा ही अच्छा उपाय दसिया है कि किस तरह असी संसार समुंदर तो तरना है। गुरु प्यारी साध संगत जी, जिस तरह अगे दसिया है कि अज साडे सारिਆਂ ਲਈ ਉਹ दिन आया है जिस दिन नूं असी साल भर उਡੀਕਦੇ हाँ, ਤਾਂ कि असी अपने गुरु जी का निशान बड़े गर्व दे नाल, बड़े प्यार दे नाल, बड़े सत्कार दे नाल अपने गुरु घर दे उत्ते लहराइए। वाल्मीकि दे मंदिरां ते झंडे झुलदे किन्ने सोहणे, सतगुर दे मंदिरां ते झंडे झुलदे किन्ने सोहणे। देख अणख जागदी ए, देख अणख जागदी ए, तो हुंदे सब तोणे। वाल्मीकि दे मंदिरां ते झंडे झुलदे किन्ने सोहणे, सतगुर दे मंदिरां ते झंडे झुलदे किन्ने सोहणे। सतगुर दे मंदिरां ते झंडे झुलदे किन्ने सोहणे। झंडियां दी खातर जेड़े कोमले खून बहाउंदे, इन्हां झंडियां दी खातर जेड़े कोमले खून बहाउंदे। भगवान वाल्मीकि दे ताइयों सच्चे सेवक कहाउंदे। आओ कसम खा लईए, आओ कसम खा लईए, हक गैरा कोलों खोने। वाल्मीकि दे मंदिरां ते झंडे झुलदे किन्ने सोहणे, सतगुर दे मंदिरां ते झंडे झुलदे किन्ने सोहणे। सतगुर दे मंदिरां ते झंडे झुलदे किन्ने सोहणे।
विद्या लव कुछ लई होर नहीं घबराए। शास्त्र विद्या लव कुछ लई होर नहीं घबराए। ऋषि वाल्मीक दी ओट नाल मैदान च तीर चलाए। गुरु वाल्मीक चाहे गुरु वाल्मीक चाहे सतगुर जगत नहीं होने। वाल्मीकि दे मंदिरां ते झंडे झुलदे किन्ने सोहणे। सतगुर दे मंदिरां ते झंडे झुलदे किन्ने सोहणे। सतगुर दे मंदिरां ते झंडे झुलदे किन्ने सोहणे। चलाओ लाल तीर कमान झंडा जो है साडा गहना। चलाओ लाल तीर कमान झंडा जो है साडा गहना। सब संगतां नूं मनोहर तेजी दा है कहना। महाकवि वर्गे संगते महाकवि वर्गे संगते जगते नहीं होने। वाल्मीकि दे मंदिरां ते झंडे झुलदे किन्ने सोहणे। सतगुर दे मंदिरां ते झंडे झुलदे किन्ने सोहणे। वाल्मीकि दे मंदिरां ते झंडे झुलदे किन्ने सोहणे। सतगुर दे मंदिरां ते झंडे झुलदे किन्ने सोहणे। जो बोले सो नरपैर भगवान वाल्मीकि जी महाराज की जय। वाल्मीकि ब्रह्मांड दा करता पालनहार। युग युग पहरा ओस दा शक्ति दा अवतार। मात लोक दे जियां दी करन लई कल्याण। रूप तार इंसान दा आया खुद भगवान। आया खुद भगवान। तेरे झंडे दी शान निराली जी शान निराली। ऐ दाता जी रमैन वालिया रमैन वालिया और रमैन वालिया। तेरे झंडे दी शान निराली जी शान निराली। ऐ दाता जी रमैन वालिया रमैन वालिया ओ शान वालिया ओ रमैन वालिया। सतयुग त्रेता द्वापर कलयुग सबने फरमाया। आदि गुरु दा झंडा सोना लव कुछ हाथ बढ़ाया। गोटे तिल्ले हीरे मोती तीर निशान लगाया। मेर करो मेरा दिया साइया संगता शीस झुकाया। तेरे झंडे दी शान निराली जी शान निराली। ऐ दाता जी रमैन वालिया रमैन वालिया।
सोनर पैर भगवान वाल्मीकि महाराज की। मेरे गुरु जी मैनू देओ सहारा, भुल ना मैं जावा किते तेरा द्वारा। मेरे गुरु जी मैनू देओ सहारा, भुल ना मैं जावा किते तेरा द्वारा। तू ही मेरी बंदना, तू ही मेरा जापे, तू ही मेरा अंग संग, तू ही माई बापे। तू ही मेरी बंदना, तू ही मेरा जापे, तू ही मेरा अंग संग, तू ही माई बापे। तू ही मेरी बेड़ी लंबू, तू ही है किनारा, भुल ना मैं जावा किते तेरा द्वारा। मेरे गुरु जी मैनू देओ सहारा, भुल ना मैं जावा किते तेरा द्वारा। इक नानू मान दादा रूप ते जवानी दा, मैनू मान सतगुर तेरी मेहरबानी दा। इक नानू मान दाता रूप ते जवानी दा, मैनू मान सतगुर तेरी मेहरबानी दा। ला दे तू पार बेड़ी, ला दे किनारा, भुल ना मैं जावा किते तेरा द्वारा। मेरे गुरु जी मैनू देओ सहारा, भुल ना मैं जावा किते तेरा द्वारा। एक पास नदियां ते घूमन केरियां, दूजे पास सतगुर रहमतां ने तेरियां। एक पास घूमन केरियां ने केरियां, दूजे पास सतगुर रहमतां ने तेरियां। तू ही मेरी चप्पू बेड़ी, तू ही किनारा, भुल ना मैं जावा किते तेरा द्वारा। मेरे गुरु जी मैनू देओ सहारा, भुल ना मैं जावा किते तेरा द्वारा। जो बोले सोनर पे भगवान वाल्मीकि महाराज की। जो बोले सोनर पे भगवान वाल्मीकि महाराज की जय। वंदना करा सतगुरां नू, आस पुछामण हार, वाल्मीक परमात्मा। युग युग पूजनहार, सतगुरु वाल्मीक दाता जी, सच्चे दीन दयाल। चरना ते तेरे शीस नवामा, मैं शरदा दे नाल। चरना ते तेरे शीस नवामा, मैं शरदा दे नाल। तेरे ते जो सच्चे
दिल नाल चले आंदे मंगिया मुरादा पाउंदे सदा तेरे गुण गाउंदे दर तेरे ते जो सच्चे दिल नाल चले आंदे मंगिया मुरादा पाउंदे सदा तेरे गुण गाउंदे हो जानती है पव सागर तो बेड़िया ना दी पार चरना ते तेरे सीस नवामा मैं शरदा दे नाल चरना ते तेरे सीस नवामा मैं शरदा दे नाल करो मंजूर दाता पूजा जो बंदगी होई मायन जान ना दान भले गुण नाही कोई करो मंजूर दाता पूजा जो बंदगी होई मायन जान ना दान भले गुण नाही कोई जय हो जावे मेरे दया तेरी जन्म मेरा निहाल चरना ते तेरे सीस नवामा मैं शरदा दे नाल चरना ते तेरे सीस नवामा मैं शरदा दे नाल नूर इलाही जोत निराली गुरु मेरा तू ही तिना लोकां विच तेरे जिहा गुरु होर ना कोई नूर लाही जोत निराली गुरु मेरा तू ही तिना लोकां विच तेरे जिहा गुरु होर ना कोई पूजन चन्न तारे अंबर तैनू पूजन तरती पताल चरना ते तेरे सीस नवामा मैं शरदा दे नाल सतगुरु वाल्मीक दाता जी सच्चे दीन दयाल चरना ते तेरे सीस नवामा मैं शरदा दे नाल चरना ते तेरे सीस नवामा मैं शरदा दे नाल चरना ते तेरे सीस नवामा मैं शरदा दे
जो बोले 100 रुपए भगवान वाल्मीकि महाराज की जय। जो बोले 100 रुपए भगवान वाल्मीकि महाराज की जय। लिखता विच जहान में बहुत